सा वाहिगुरु जी की फतेह। सतनाम श्री वाहिगुरु जीओ। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। किछ रूप नहीं किछ जात नहीं, किछ ढंग ना मेरा। क्या मूल बोले गुण बिहू, नाम जपया ना तेरा। हम पापी संग गुर उबरे, पुन सत गुर केरा। हम पापी संग गुर उबरे, पुन सत गुर केरा। वाहिगुरु जी का खालसा वाहिगुरु जी की फतेह। परम सत्कारयोग गुरु प्यारी साध संगत जीओ, ਆਪ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ 26 ਪੌੜੀਆਂ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਦੇ ਸਦਕੇ ਸੇਵਾ ਹੋਈ ਹੈ। ਆਓ ਅੱਜ 27ਵੀਂ ਪੌੜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰੀਏ। ਸਾਰੇ ਆਪਣੇ ਮਨੋਬਿਰਤੀਆਂ ਇਕਾਗਰ ਕਰਕੇ ਸਾਰੇ ਪਿਆਰ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਿੱਧਾਂ ਦੀ ਜਦ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭੇਟ ਹੋ ਰਹੀ ਸੀ, ਜਦ ਗੁਰੂ ਨਾਨਕ ਪਾਤਸ਼ਾਹ ਉਹਨਾਂ ਨਾਲ ਵਿਚਾਰ ਕਰ ਰਹੇ ਸਨ, ਫਿਰ ਸਿੱਧਾਂ ਨੇ ਇੱਕ ਸਵਾਲ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਫਿਰ ਇਹ ਵੀ ਦੱਸੋ, ਉਹ ਪਰਮਾਤਮਾ ਦਾ ਘਰ, ਪਰਮਾਤਮਾ ਕਿੱਥੇ ਰਹਿੰਦਾ ਹੈ, ਉਹਦਾ ਕਿੰਨਾ ਵੱਡਾ ਘਰ ਹੈ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਸ ਪਰਮਾਤਮਾ ਦੇ ਘਰ ਦੇ ਬਾਰੇ ਜ਼ਿਕਰ ਕੀਤਾ ਹੈ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਸਾਧ ਸੰਗਤ, ਇਹ ਪੌੜੀ 27ਵੀਂ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਸਹਿਜ ਪਾਠ ਕਰਨ ਵਾਲੇ ਅਭਿਆਸੀ ਹੋ ਉਹਨਾਂ ਨੂੰ ਇਸ ਪਤਾ ਹੋਵੇਗਾ ਕਿ ਇਹ ਪੌੜੀ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰੀ ਆਉਂਦੀ ਹੈ। ਇੱਕ ਵਾਰੀ ਜਪਜੀ ਸਾਹਿਬ ਜੀ ਦੇ ਪਾਠ ਵਿੱਚ 6 ਅੰਕ ਤੇ ਆਉਂਦੀ ਹੈ, ਇੱਕ ਵਾਰੀ ਸੋਦਰ ਦੇ ਪਾਠ ਵਿੱਚ 8 ਅੰਕ ਤੇ ਆਉਂਦੀ ਹੈ, ਤੇ ਇੱਕ ਵਾਰੀ ਆਸਾ ਰਾਗ ਦੇ ਵਿੱਚ 347 ਅੰਕ। ਤਿੰਨਾਂ ਦੇ ਭਾਵ ਅਰਥ ਸੇਮ ਨੇ, ਪਰ ਇਹਨਾਂ ਦੇ ਸ਼ਬਦਾਂ ਦੇ ਵਿੱਚ ਉਚਾਰਨ ਵਿੱਚ ਥੋੜਾ ਜਿਹਾ ਫਰਕ ਹੈ। ਕਿਤੇ ਗਾਵੇ ਆਇਆ, ਕਿਤੇ ਗਾਵਨ ਆਇਆ, ਕਿਤੇ ਤੁਧਨੋਂ ਆਇਆ, ਕਿਤੇ ਤੁਹਣੋਂ ਆਇਆ ਹੈ। ਕਿਸੇ ਨੇ ਸਵਾਲ ਵੀ ਕੀਤਾ ਸੀ ਕਿ 3 ਵਾਰੀ ਕਿਉਂ ਆਈ ਇਹ ਪੌੜੀ। ਇਹ ਗੁਰੂ ਨਾਨਕ ਪਾਤਸ਼ਾਹ ਦੀ ਮੌਜ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਪਤਾ ਹੋਏਗਾ ਕਿ 3 ਵਾਰੀ ਕਿਉਂ ਆਈ ਹੈ ਪੌੜੀ। ਪਰ ਮੈਂ ਜਿੱਥੋਂ ਤੱਕ ਸੋਚਣਾ, ਥੋੜਾ ਫਰਕ ਪਾ ਕੇ, ਜਿਸ ਤਰ੍ਹਾਂ ਅਸੀਂ ਆਦਿ ਸਚ ਜੁਗਾਦ ਸਚ ਹੈ ਬੇ ਸਚ ਨਾਨਕ ਹੋਸੀ ਵੀ ਸਚ, ਜਿਹੜੀ ਅਸੀਂ ਸਲੋਕ ਪੜ੍ਹੀ ਦਾ ਅਸ਼ਟਪਦੀ ਦੇ ਅੰਦਰ, ਉਹ ਵੀ ਮਹਾਰਾਜ ਦਾ ਭਾਵਰਥ ਸੇਮ ਸਨ, ਪਰ ਥੋੜਾ ਜਿਹਾ ਫਰਕ ਪਾ ਦਿੱਤਾ ਭੱਬੇ ਨੂੰ ਸਿਹਾਰੀ ਪਾ ਕੇ। ਤੇ ਮੇਰੀ ਸੋਚ ਦੇ ਅਨੁਸਾਰ ਫਰਕ ਇਹ ਵੇ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਬਾਣੀ ਪੜ੍ਹੋ ਤੇ ਧਿਆਨ ਨਾਲ ਪੜ੍ਹਿਆ ਕਰੋ। ਅਸੀਂ ਸਮਝਦੇ ਹਾਂ ਸਾਨੂੰ ਕੰਠ ਹੈ ਤੇ ਅਸੀਂ ਬੇ ਅੰਦਾਜ਼ ਦੇ ਨਾਲ ਜਾਂ ਬੇਧਿਆਨ ਨਾਲ ਅਸੀਂ ਪੜ੍ਹ ਜਾਂਦੇ ਹਾਂ, ਜੋ ਅਸੀਂ ਗਲਤੀ ਦੇ ਪਾਤਰ ਬਣ ਜਾਂਦੇ ਹਾਂ।
ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਦੋ ਵਾਰ ਵੀ ਆਏ ਨੇ। ਮੈਂ ਇਸ ਦਾ ਜ਼ਿਕਰ ਤਾਂ ਕਰ ਰਿਹਾ, ਕੋਈ ਤੁਹਾਨੂੰ ਸ਼ਬਦ ਕੰਠ ਵੀ ਹੋਵੇ ਤੇ ਚੱਲਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਏ, ਫਿਰ ਵੀ ਧਿਆਨ ਨਾਲ ਪੜੋ। ਕਈ ਵਾਰੀ ਉਹ ਸ਼ਬਦ ਹੁੰਦਾ ਦੂਜਾ ਹੈ, ਭਾਵ ਅਰਥ ਸੇਮ ਨੇ, ਪਰ ਅਰਥ ਸੇਮ ਨੇ, ਪਰ ਉਹਦੇ ਜਿਹੜੇ ਵਿੱਚ ਸਪੈਲਿੰਗ ਨੇ ਉਹਦੇ ਵਿੱਚ ਮਹਾਰਾਜ ਨੇ ਥੋੜ੍ਹਾ ਫਰਕ ਪਾਇਆ ਹੈ। ਤੋ ਇੱਥੇ ਜਿਹੜਾ ਪੌੜੀ ਆਈ ਹੈ ਪਰਮਾਤਮਾ ਦੇ ਬਾਰੇ, ਸੋ ਦਰ ਕਿਹਾ। ਦਰ ਹੁੰਦਾ ਦਰਵਾਜ਼ਾ, ਉਹ ਪਰਮਾਤਮਾ ਦਾ ਦਰਵਾਜ਼ਾ ਘਰ ਦਾ ਕਿਹੜਾ ਹੈ? ਸੋ ਘਰ ਕਿਹਾ, ਉਹਦਾ ਘਰ ਕਿਹਾ, ਕੀ ਵਜ੍ਹਾ ਹੈ? ਕਿੰਨਾ ਵੱਡਾ ਘਰ ਹੋਏਗਾ। ਮਹਾਰਾਜ ਕਹਿੰਦੇ ਨੇ ਜਿਤ ਬਹਿ ਸਰਬ ਸੰਭਾਲੇ। ਕਿੰਨਾ ਵੱਡਾ ਘਰ ਹੋਏਗਾ ਜਿਹਦੇ ਵਿੱਚ ਸਰਬ ਸਾਰੇ ਸੰਭਾਲੇ, ਸਾਰੇ ਵਿੱਚ ਹੀ ਬੈਠੇ ਨੇ, ਉਹਨਾਂ ਨੂੰ ਸੰਭਾਲ ਕੇ ਰੱਖਿਆ ਹੈ। ਸਾਡੇ ਘਰ ਦੋ ਪ੍ਰਾਹੁਣੇ ਆ ਜਾਣ ਤੇ ਸਾਨੂੰ ਫਿਕਰ ਪੈ ਜਾਂਦੀ ਹੈ ਇਹਨਾਂ ਨੇ ਕਦੋਂ ਜਾਣਾ ਹੈ। ਪਰ ਧੰਨ ਪਰਮਾਤਮਾ ਹੈ ਜੋ ਇਤਨਾ ਵੱਡਾ ਘਰ ਲੈ ਕੇ, ਜਿਹਦੇ ਵਿੱਚ ਹੁਣ ਮਹਾਰਾਜ ਦੱਸਣਗੇ ਕਿ ਕਿਤਨਾ ਕੁਛ ਹੈ ਇਸ ਘਰ ਦੇ ਵਿੱਚ, ਕਿੰਨਾ ਵੱਡਾ ਉਹਦਾ ਘਰ ਹੈ। ਔਰ ਇੱਥੋਂ ਮੈਂ ਇਹ ਵੀ ਅੰਦਾਜ਼ਾ ਲਾਨਾ ਵਾਂ ਕਿ ਪਰਮਾਤਮਾ ਵੀ ਗ੍ਰਸਤੀ ਹੋਇਆ ਹੈ। ਫਿਰ ਧਿਆਨ ਨਾਲ ਸਰਵਣ ਕਰੋ, ਪਰਮਾਤਮਾ ਵੀ ਗ੍ਰਸਤੀ ਹੈ। ਦੇਖੋ ਘਰ ਉਹਦਾ ਹੁੰਦਾ ਜਿਹਦਾ ਗ੍ਰਸਤ ਜਿਹੜਾ ਜੀਵਨ ਹੋਵੇ। ਹੁਣ ਅਸੀਂ ਸਾਰੇ ਗ੍ਰਸਤੀਆਂ, ਸਾਡੇ ਘਰ ਹੈ ਨੇ ਨਾ। ਪਰਮਾਤਮਾ ਵੀ ਗ੍ਰਸਤੀ ਹੈ। ਗ੍ਰਸਤਨ ਮੇਂ ਤੂੰ ਵੱਡੋ ਗ੍ਰਸਤੀ। ਕੋਈ ਹੁਣ ਕਹੇ ਨਾ ਕਿ ਮੈਂ ਸ਼ਾਦੀ ਨਹੀਂ ਕਰਾਣੀ, ਮੈਂ ਘਰੋਂ ਵਿਰਾਮ ਲੈ ਕੇ ਕਿੱਥੇ ਜੰਗਲਾਂ ਵਿੱਚ ਚਲੇ ਜਾਣਾ ਹੈ, ਤੇ ਇੱਥੋਂ ਹਿਸਾਬ ਲਾ ਲਓ, ਜੇ ਪਰਮਾਤਮਾ ਗ੍ਰਸਤੀ ਹੈ ਤੇ ਫਿਰ ਅਸੀਂ ਕਿਸ ਖੇਤ ਦੀ ਮੂਲੀ ਹਾਂ? ਅਸੀਂ ਕੋਈ ਆਪਣਾ ਵੱਖਰਾ ਪੰਥ ਨਾ ਲੈ ਕੇ ਚੱਲੀਏ ਕਿ ਦੁਨੀਆ ਮੇਰੀ ਵਾਹ ਵਾਹ ਕਰੇਗੀ। ਜੇ ਸਾਡੇ ਗੁਰੂ ਸਾਹਿਬਾਨ ਵੀ ਸਾਰੇ ਗ੍ਰਸਤੀ ਹੋਏ ਨੇ, ਠੀਕ ਹੈ ਹਰਕ੍ਰਿਸ਼ਨ ਪਾਤਸ਼ਾਹ ਦੀ ਆਰਬਲਾ ਘੱਟ ਸੀ, ਲੇਕਿਨ ਜਿਨ੍ਹਾਂ ਜਿਨ੍ਹਾਂ ਨੇ ਸਮਾਂ ਪਾ ਕੇ ਸਾਡੇ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਗ੍ਰਸਤਨ ਮੇਂ ਤੂੰ ਵੱਡੋ ਗ੍ਰਸਤੀ, ਤੂੰ ਵੱਡਾ ਗ੍ਰਸਤੀ ਹੈ। ਜੇ ਪਰਮਾਤਮਾ ਗ੍ਰਸਤੀ ਹੈ ਤੇ ਸਿੱਖਾ ਯਾਦ ਰੱਖੀ, ਤੂੰ ਵੀ ਆਪਣੀ ਗ੍ਰਸਤੀ ਵੀ ਚਲਾਉਣੀ ਹੈ। ਤੋ ਪਰਮਾਤਮਾ ਦਾ ਘਰ ਗੁਰੂ ਸਾਹਿਬ ਕਹਿੰਦੇ ਨੇ ਸੋ ਦਰ ਕਿਹਾ, ਸੋ ਘਰ ਕਿਹਾ। ਉਹ ਘਰ, ਉਹਦਾ ਦਰਵਾਜ਼ਾ ਕਿਤਨਾ ਵੱਡਾ ਹੈ ਜਿਹਦੇ ਵਿੱਚ ਸਾਰੇ ਸਮਾ ਰਹੇ ਨੇ। ਅਰਬਾਂ ਖਰਬਾਂ 195 ਕੰਟਰੀਆਂ ਨੇ, ਔਰ ਉਹਦੇ ਵਿੱਚ ਕਿੰਨੇ ਹੀ ਅਰਬਾਂ ਪਰਿਵਾਰ ਰਹਿ ਰਹੇ ਨੇ। ਕਿੰਨਾ ਵੱਡਾ ਉਸ ਘਰ ਦਾ ਦਰਵਾਜ਼ਾ ਹੋਏਗਾ। ਕਦੀ ਇਮੇਜਿਨ ਕਰੋ, ਕਦੀ ਧਿਆਨ ਨਾਲ ਸੋਚੀਏ ਕਿ ਉਹਦੇ ਵਿੱਚ ਕਿਸ ਤਰ੍ਹਾਂ ਸਾਰੇ ਪਰਿਵਾਰ ਨੂੰ ਸੰਭਾਲ ਕੇ ਬੇਪਰਵਾਹ ਤਰੀਕੇ ਦੇ ਨਾਲ ਪਰਮਾਤਮਾ ਚੱਲ ਰਿਹਾ ਹੈ। ਮੈਂ ਪਹਿਲਾਂ ਕਿਹਾ, ਦੋ ਪ੍ਰਾਹੁਣੇ ਘਰ ਵਿੱਚ ਆ ਜਾਣ, ਸਾਨੂੰ ਪਸੂੜੀ ਪੈ ਜਾਂਦੀ ਹੈ ਕਿ ਭਾਈ ਇਹ ਕਦੋਂ ਜਾਣਗੇ, ਭਾਵੇਂ ਅਸੀਂ ਮੁੱਖੋਂ ਨਾ ਕਹੀਏ, ਲੇਕਿਨ ਪਰਮਾਤਮਾ ਨੂੰ ਵਾਹ ਕਰਨ ਦਾ ਕਿਤਨਾ ਦਿਲ ਕਰਦਾ ਹੈ। ਪਰਮਾਤਮਾ ਤੂੰ ਸਾਰਿਆਂ ਨੂੰ ਚਲਾ ਰਹੇ ਹੈ। ਮਹਾਰਾਜ ਕਹਿੰਦੇ ਨੇ ਫਿਰ ਉਹਦੇ ਵਿੱਚ ਕੀ ਹੈ? ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਉਹਦੇ ਵਿੱਚ ਬੇਸ਼ੁਮਾਰ ਕਿਸਮਾਂ ਦੇ ਅਣਗਿਣਤ ਸੰਗੀਤ ਵੱਜ ਰਹੇ ਨੇ। ਜਿਹਨੂੰ ਜਿਉ ਵਜਾ ਸੰਗੀਤ ਆਉਂਦਾ, ਪਰਮਾਤਮਾ ਦੇ ਗੁਣ ਗਾ ਰਿਹਾ ਹੈ। ਇੱਥੋਂ ਤੱਕ ਕੁਦਰਤ ਵੀ ਪਰਮਾਤਮਾ ਦੇ ਗੁਣ ਗਾ ਰਹੀ ਹੈ। ਤੁਸੀਂ ਸਵੇਰੇ ਦੇਖੋ, ਜਿਹੜੇ ਉੱਠਦੇ ਹੋ ਆਪ ਜੀ, ਕਿਤਨੀ ਨੈਚੁਰਲ ਜੋ ਬਾਹਰ ਪ੍ਰਾਕਿਰਤਿਕ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ, ਇਹ ਸਭ ਉਸ ਨੂੰ ਗਾ ਰਹੇ ਨੇ। ਸਾਰੇ ਨਾਦ, ਸਾਰੇ ਉਸ ਦੇ ਉਹ ਵਾਜੇ ਵਜਾ ਕੇ ਉਸ ਪਰਮਾਤਮਾ ਦੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਸਾਰੀ ਕੁਦਰਤ ਉਸ ਨੂੰ ਗਾ ਰਹੀ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਕੇਤੇ ਰਾਗ ਪਰੀ ਸੋ ਕਈਨ। ਕਿਤਨੇ ਹੀ ਰਾਗ ਨੇ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ 31 ਨੇ, ਪਰ ਤੁਸੀਂ ਮਾਲ ਰਾਗ ਅੱਗੋਂ ਪੜ੍ਹੋ ਨਾ, ਰਾਗ ਮਾਲਾ, ਤੇ ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਕਿ ਇਹਨਾਂ ਦਾ ਬੜਾ ਵੱਡਾ ਪਰਿਵਾਰ ਹੈ। ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਪੜ੍ਹਿਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
सतगुरता पाया सह सिद्धि मन वजियां वादाइयां राग रतन परवार परियां। राग दे परिवार ने, अगों उन्हां दे पोतरे पड़पोतरे ने, बड़ा वड्डा परिवार है इन्हां दा रागां दा। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ 31 ਰਾਗਾਂ ਦੇ ਦਰਸ਼ਨ ਕਰਨੇ, ਰਾਗ ਬਹੁਤ ਨੇ, ਪਰ ਸਾਰੇ ਰਾਗ ਉਸ ਨੂੰ ਗਾ ਰਹੇ ਨੇ। ਮਕਸਦ ਕੀ ਹੈ ਉਹਨਾਂ ਰਾਗਾਂ ਦਾ? ਭਾਵ ਕਿ ਉਹ ਸਾਰੇ ਪਰਮਾਤਮਾ ਤੇਰੀ ਉਸਤਤ ਕਈਆਂ ਕਹਿ ਰਹੇ ਨੇ। ਕੇਤੇ ਗਾਵਣ ਹਾਰੇ, ਕਿੰਨੇ ਹੀ ਲੋਕ ਉਸ ਨੂੰ ਗਾ ਰਹੇ ਨੇ। ਗਾਵੇ ਤੁਹਨੋ, ਇੱਥੇ ਗਾਵੇਂ ਪੜਨਾ ਵਾਹਿਗੁਰੂ, ਕਿਉਂਕਿ ਵਵਾ ਹਾਹੇ ਨੂੰ ਸਿਹਾਰੀ ਹੈ। ਜਿੱਥੇ ਗਾਵੇ ਆਏਗਾ ਉੱਥੇ ਅੱਗੇ ਚੱਲ ਕੇ ਵਵੇ ਨੂੰ ਦੁਲੰਕੜ ਨੇ, ਤੇ ਇੱਥੇ ਆਪ ਜੀ ਨੇ ਸਾਰੇ ਪਾਠ ਦੇ ਵਿੱਚ ਗਾਵੇਂ ਪੜਨਾ। ਗਾਵੇਂ ਤੁਹਨੋ ਪੌਣ ਪਾਣੀ ਬੈ ਸੰਤਰ। ਮਾਰੇ ਕਹਿੰਦੇ ਨੇ ਪਤਾ ਕੌਣ ਕੌਣ ਗਾ ਰਿਹਾ ਹੈ? ਪੌਣ ਹਵਾ, ਪਾਣੀ ਜਲ, ਬੈਸੰਤਰ ਅੱਗ, ਇਹ ਵੀ ਗਾ ਰਹੀਆਂ ਨੇ। ਤੁਸੀਂ ਸੋਚੋਗੇ ਇਹ ਕਿਵੇਂ ਗਾ ਸਕਦੀਆਂ ਨੇ? ਇਹਨਾਂ ਦੇ ਮੂੰਹ ਥੋੜਾ ਨੇ, ਸਾਡੇ ਤੇ ਮੁੱਖ ਨੇ, ਅਸੀਂ ਬੋਲ ਰਹੇ ਹਾਂ, ਗਾ ਰਹੇ ਹਾਂ। ਗਾਣਾ ਉਹ ਨਹੀਂ ਹੈ। ਇੱਥੇ ਭਾਵ ਇਹ ਵੇ ਕਿ ਸਾਰੇ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਸਮੁੰਦਰ ਨੂੰ ਹੁਕਮ ਹੈ, ਉਸ ਹਿਸਾਬ ਨਾਲ ਚੱਲ ਰਿਹਾ ਹੈ। ਅੱਗ ਨੂੰ ਹੁਕਮ ਹੈ, ਉਸ ਹਿਸਾਬ ਨਾਲ ਅੱਗ ਪ੍ਰਗਟ ਹੁੰਦੀ ਹੈ। देखो सगल बनस्पत मैं बेसंतर सगल दूध में किया। सारी बनस्पति विच अग है, पर अग नूं हुक्म नहीं। हुण साडे घर दरवाजे ने, उहदे विच भी अग है, प्रगट नहीं हो रही। जदों असीं तीली लावांगे फिर प्रगट होएगी। कई विद्वान कहंदे ने कि अग ते तुसीं घर दे बाहर ही रखी हुई है, एंट्री कित्थों हुंदी है? क्योंकि सारी लकड़ी विच अग है। वो हुक्म विच है, उन्होंने हुक्म नहीं जलन दा, अपने आप नहीं जलती। हाँ, कई बारी आस्ट्रेलिया ऐसियां कंट्रियां ने, कनाडा वगैरह, जिथे जंगल ने, बहुत हनेरियां तेजी आंदियां ने, पेड़ां दे नाल पेड़ टकरांदे ने, ते जंगल विच अग लग जाती है अपने आप जो टकरांदे ने। पहलां भी इंसान कोल कोई ਇਹਦਾ ਅੱਗ ਜਲਾਉਣ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਉਹ ਪੱਥਰ ਨੂੰ ਪੱਥਰ ਨਾਲ ਰਗੜ ਕੇ ਨਾ ਅੱਗ ਪੈਦਾ ਕਰਦੇ ਸਨ। ਤੇ ਤੁਸੀਂ ਜੰਗਲਾਂ ਵਿੱਚੋਂ ਅੱਗ ਲੱਗਦੀ ਹੈ, ਫਿਰ ਮਹੀਨਾ ਮਹੀਨਾ ਡੇਢ ਮਹੀਨਾ ਬੁਝਦੀ ਨਹੀਂ ਅੱਗ। ਤੇ ਜਦ ਤੱਕ ਪਰਮਾਤਮਾ ਦੇ ਹੁਕਮ ਵਿੱਚ ਨੇ ਉਹ ਸਭ। ਪਾਣੀ ਹੈ, ਹੁਣ ਪਾਣੀ ਅਗਰ ਆਪਣੇ ਹੁਕਮ ਤੋਂ ਪਰੇ ਹੋ ਜਾਏ, ਸਮੁੰਦਰ ਦੀ ਛਾਲ ਇੱਕ ਆ ਜਾਏ, ਸੁਨਾਮੀ ਆ ਜਾਏ, ਤੇ ਕੀ ਹੁੰਦਾ? ਫਿਰ ਕਈ ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੰਦੀ ਹੈ। पर वो सब हुक्म विच है। तो गुरु साहब कहते ने ਉਹਦੇ ਹੁਕਮ ਵਿੱਚ ਰਹਿਣਾ ਹੀ ਉਸ ਨੂੰ ਗਾਉਣ ਵਾਲੀ ਗੱਲ ਹੈ। ਮੈਨੂੰ ਖਿਮਾ ਕਰ ਦੇਣਾ, ਇਹ ਸਾਰੇ ਅੱਗੇ ਜਿੰਨੇ ਆਣਗੇ ਸਾਰੇ ਹੁਕਮ ਵਿੱਚ ਨੇ। ਇੱਕ ਜੀਵ ਹੀ ਹੈ ਜਿਹੜੀ ਆਪਣੀ ਮਨਮਾਨੀ ਕਰਦਾ ਹੈ। ਇਹ ਸੂਰਜ ਵੀ ਆਏਗਾ, ਚੰਦਰਮਾ ਵੀ ਆਏਗਾ, ਸਾਰੇ ਉਹਦੇ ਹੁਕਮ ਵਿੱਚ ਨਿਕਲਦੇ ਨੇ, ਉਹਦੇ ਹੁਕਮ ਵਿੱਚ ਛਪਦੇ ਨੇ। ਪਰ ਇੱਕ ਅਸੀਂ ਹਾਂ, ਆਪਣੀ ਮਰਜ਼ੀ ਨਾਲ ਉੱਠਨੇ ਹਾਂ, ਆਪਣੀ ਮਰਜ਼ੀ ਨਾਲ ਸੋਨੇ ਹਾਂ, ਆਪਣੀ ਮਰਜ਼ੀ ਨਾਲ ਖਾਂਦੇ ਹਾਂ, ਆਪਣੀ ਮਰਜ਼ੀ ਦਾ ਵਿਵਹਾਰ ਕਰਨੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰੇ ਲੋਕ ਗਾ ਰਹੇ ਨੇ, ਕਿਉਂਕਿ ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਕਾਰ, ਪੈ ਵਿੱਚ ਧਰਤੀ ਦੱਬੀ, ਸਭ ਉਹਦੇ ਪੈ ਵਿੱਚ ਨੇ, ਉਹਦੇ ਹੁਕਮ ਵਿੱਚ ਨੇ। ਮਹਾਰਾਜ ਕਹਿੰਦੇ ਨੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ। ਹਵਾ ਵੀ ਗਾ ਰਹੀ ਏ, ਅੱਗ ਵੀ ਗਾ ਰਹੀ ਏ, ਪਾਣੀ ਵੀ ਗਾ ਰਿਹਾ। ਗਾਵੇ ਰਾਜਾ ਧਰਮ ਦੁਆਰੇ। ਸਾਰੇ ਵੱਡੇ ਵੱਡੇ ਧਰਮ ਰਾਜ ਤੱਕ ਉਹ ਵੀ ਇਸ ਨੂੰ ਗਾ ਰਹੇ ਨੇ। ਵੱਡੇ ਵੱਡੇ ਧਰਮ ਰਾਜ ਜਿਨ੍ਹਾਂ ਦੇ ਅੱਗੇ ਸਾਡੀ ਪੇਸ਼ੀਆਂ ਹੁੰਦੀਆਂ ਨੇ। ਜਦੋਂ ਅਸੀਂ ਸੰਸਾਰ ਤੋਂ ਜਾਂਦੇ ਹਾਂ, ਸਾਡਾ ਲੇਖਾ ਜੋਖਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਜਿਹਨੇ ਸਾਡਾ ਲੇਖਾ ਇੱਥੋਂ ਪ੍ਰਮਾਤਮਾ ਦੇ ਘਰ ਪਹੁੰਚਾਉਣਾ ਹੈ, ਉਹਦੀ ਡਿਊਟੀ ਹੈ ਧਰਮ ਰਾਜ ਦੀ, ਉਹ ਵੀ ਉਸ ਨੂੰ ਗਾ ਰਿਹਾ। ਭਾਵ ਕਿ ਉਹ ਵੀ ਪਰਮਾਤਮਾ ਦੇ ਅਧੀਨ ਹੋ ਕੇ ਉਹਦੀ ਡਿਊਟੀ ਦੇ ਅੰਦਰ, ਉਹ ਵੀ ਅਗਰ ਤੁਸੀਂ ਕੋਈ ਡਿਊਟੀ ਕਰ ਰਹੇ ਹੋ, ਧਰਮ ਹੈ ਉਹ ਵੀ ਤੁਹਾਡਾ। ਤੁਸੀਂ ਬੱਚੇ ਪਾਲ ਰਹੇ ਹੋ, ਉਹ ਵੀ ਤੁਸੀਂ ਗਾ ਰਹੇ ਹੋ ਉਸ ਨੂੰ। ਮੈਨੂੰ ਖਿਮਾ ਕਰ ਦੇਣਾ, ਬਾਣੀ ਪੜ੍ਹਨੀ ਖਾਲੀ ਗਾਉਣ ਵਾਲੀ ਗੱਲ ਨਹੀਂ ਹੈ। ਆਪਣੇ ਧਰਮ ਨੂੰ, ਆਪਣੇ ਫਰਜ਼ ਨੂੰ ਨਿਭਾਉਣਾ ਵੀ ਉਸ ਨੂੰ ਗਾਉਣਾ ਹੈ। ਹੁਣ ਜੇ ਤੁਸੀਂ ਕਾਰਜ ਹੀ ਨਹੀਂ ਕਰੋਗੇ, ਤੁਹਾਡੀ ਗ੍ਰਸਤੀ ਕਿੱਥੋਂ ਚੱਲੇਗੀ? ਕਾਰਜ ਕਰਨਾ ਵੀ ਇੱਕ ਧਰਮ ਹੈ, ਫਰਜ਼ ਹੈ, ਡਿਊਟੀ ਹੈ। तो गुरु महाराज कह रहे ने
ਗਾਵੇ ਰਾਜਾ ਧਰਮ ਦੁਆਰੇ। ਤੇਰੇ ਦਰ ਦੇ ਉੱਤੇ ਉਹ ਧਰਮ ਰਾਜੇ ਵਰਗੇ ਵੀ, ਰਾਜ ਕਰਨ ਵਾਲੇ ਵੀ ਤੈਨੂੰ ਗਾ ਰਹੇ ਨੇ। ਗਾਵੇਂ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਚਿਤ ਤੇ ਗੁਪਤ ਗੁਰਬਾਣੀ ਵਿੱਚ ਬਹੁਤ ਜਗਤ ਆਇਆ ਹੈ ਕਿ ਸਾਡੇ ਕਹਿੰਦੇ ਨੇ ਕਿ ਜਦੋਂ ਜੋ ਵੀ ਅਸੀਂ ਕਰਮ ਕਰਨੇ ਹਨ ਨਾ, ਤੇ ਉਹ ਸਾਡੇ ਇੱਕ ਮੋਢੇ ਤੇ ਚਿੱਤਰ ਤੇ ਇੱਕ ਗੁਪਤ ਬੈਠਾ ਹੈ। ਭਾਵ ਕਿ ਚਿੱਤਰ ਹੁੰਦਾ ਹੈ ਜੋ ਅਸੀਂ ਪ੍ਰੈਕਟੀਕਲੀ ਜੋ ਚੰਗੇ ਤੇ ਮਾੜੇ ਕਰਮ ਕਰਨੇ ਆ ਨਾ, ਪ੍ਰੈਕਟੀਕਲੀ ਉਹ ਚਿੱਤਰ ਲਿਖਦਾ ਹੁੰਦਾ ਹੈ। ਜਿਹੜੇ ਅਸੀਂ ਪ੍ਰੈਕਟੀਕਲੀ ਕਰੀਦੇ ਨੇ, ਜਿਹਨੂੰ ਅਸੀਂ ਕਹਿੰਦੇ ਆ ਫਿਜ਼ੀਕਲੀ ਕਰਨੇ ਆ ਹੱਥੀਂ ਮਾੜੇ ਕੰਮ ਜਾਂ ਚੰਗੇ, ਉਹ ਲਿਖ ਰਿਹਾ। ਗੁਪਤ ਹੁੰਦਾ ਹੈ ਜਿਹੜੇ ਅੰਦਰ ਇੰਟਰਨਲੀ ਸਾਡੇ ਵਿਚਾਰ ਚੱਲ ਰਹੇ ਨੇ, ਮਾੜੇ ਤੇ ਚੰਗੇ। ਇਹ ਚਿੱਤਰ ਗੁਪਤ ਸਾਡੇ ਦੋਨੋਂ ਵਿਚਾਰ ਜੋ ਵੀ ਸਾਡੇ ਨੇ ਉਹ ਸਭ ਜਾਣਦਾ ਹੈ, ਕਿਉਂਕਿ ਪਰਮਾਤਮਾ ਵੱਲੋਂ ਉਹਨੂੰ ਡਿਊਟੀ ਲੱਗੀ ਹੈ। ਉਹ ਵੀ ਉਸ ਨੂੰ ਗਾ ਰਹੇ ਨੇ। ਲਿਖ ਲਿਖ ਧਰਮ ਵਿਚਾਰੇ। ਉਹ ਫਿਰ ਜਿਹੜੇ ਚਿੱਤਰ ਗੁਪਤ ਸਾਡੇ ਚੰਗੇ ਤੇ ਮਾੜੇ ਕਰਮ ਨੂੰ ਲਿਖੇ ਹੁੰਦੇ ਨੇ ਨਾ, ਉਹ ਜਾ ਕੇ ਧਰਮ ਰਾਜ ਦੇ ਅੱਗੇ ਕਰਦਾ ਹੈ। ਫਿਰ ਉਹਦੀ ਉਹ ਵਿਚਾਰ ਕਰਦਾ ਹੈ ਕਿ ਭਾਈ ਇਹਦਾ ਕੀ ਇਹਨੂੰ ਸਜ਼ਾ ਦਿੱਤੀ ਜਾਏ, ਜਾਂ ਕੀ ਇਹਦੇ ਵਾਸਤੇ ਕੋਈ ਜੇ ਚੰਗੇ ਕੰਮ ਕੀਤੇ ਨੇ ਇਹਨੂੰ ਪਰਮਾਤਮਾ ਦੇ ਘਰ ਤੱਕ ਪਹੁੰਚਾਇਆ ਜਾਏ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮ ਰਾਜ ਨੂੰ ਹੁਕਮ ਹੈ ਕਿ ਭਾਈ ਤੂੰ ਸੱਚ ਦੀ ਗੱਲ ਕਰਨੀ ਹੈ। ਕੋਈ ਦੁਸ਼ਟ ਆਤਮਾ ਤੇਰੇ ਕੋਲ ਆਉਂਦੀ ਹੈ, ਕੋਈ ਮਾੜਾ ਸਰੀਰ ਆਉਂਦਾ ਹੈ ਤੇਰੇ ਕੋਲ, ਸੂਖਸ਼ਮ ਸਰੀਰ ਆਉਂਦਾ ਹੈ, ਉਹ ਤੂੰ ਪਰਮਾਤਮਾ ਨੂੰ ਦੇ ਘਰ ਵਿੱਚ ਤੂੰ ਨਿਆਏ ਕਰਨਾ ਹੈ। ਨਾਨਕ ਜੀਵ ਪਾਏ ਕੇ ਲਿਖਨਾਵੇਂ ਧਰਮ ਭਾਲਿਆ, ਉੱਤੇ ਸੱਚੇ ਸੱਚ ਨਿਬੜੇ, ਚੁਨ ਵੱਖ ਕੱਢੇ ਜੱਜ ਮਾਲਿਆ। ਤੋ ਗੁਰੂ ਸਾਹਿਬ ਕਹਿੰਦੇ ਨੇ ਉਹ ਵੀ ਚਿੱਤਰ ਗੁਪਤ ਵੀ, ਵਿਚਾਰ ਕਰਨ ਵਾਲੇ ਧਰਮ ਰਾਜ ਵੀ ਉਸ ਸਾਰੇ ਪਰਮਾਤਮਾ ਨੂੰ ਹੀ ਗਾ ਰਹੇ ਨੇ। ਕਿਉਂ ਗਾ ਰਹੇ ਨੇ? ਕਿਉਂਕਿ ਉਹਨਾਂ ਨੂੰ ਜਿਹੜੀ ਡਿਊਟੀ ਲੱਗੀ ਹੈ ਚਿੱਤਰ ਗੁਪਤ ਨੂੰ ਸਾਡੇ ਮਾੜੇ ਤੇ ਚੰਗੇ ਕਰਮਾਂ ਨੂੰ ਲਿਖਣ ਦੀ, ਤੇ ਉਹ ਉਸ ਡਿਊਟੀ ਨੂੰ ਨਿਭਾ ਰਹੇ ਨੇ। ਸਮਝ ਲਓ ਗਾ ਰਹੇ ਨੇ। ਡਿਊਟੀ ਹੀ ਇੱਕ ਗੱਲ ਸਮਝ ਜਾਈਏ, ਜਿਸ ਟਾਈਮ ਇਹ ਸਮਝ ਜਾਵਾਂਗੇ ਕਿ ਅਸੀਂ ਸਮੇਂ ਸਿਰ ਉੱਠਨੇ ਆ, ਪਰਮਾਤਮਾ ਦਾ ਨਾਮ ਜਪਨੇ ਆ, ਫਿਰ ਆਪਣੇ ਕਾਰੋਬਾਰ ਕਰਨੇ ਆ, ਘਰ ਦੀਆਂ ਗ੍ਰਹਿਣੀਆਂ ਜੇ ਘਰ ਦੇ ਵਿੱਚ ਨੇ ਉਹ ਘਰਦਾਰ ਸਾਰਾ ਘਰ ਸੰਭਾਲਦੀਆਂ ਨੇ, ਉਹ ਸਮਝੋ ਕਿ ਧਰਮ ਦੀ ਡਿਊਟੀ ਨਿਭਾ ਰਹੇ ਨੇ। ਉਹ ਧਰਮ ਨਿਭਾ ਰਹੇ ਨੇ, ਉਹ ਪਰਮਾਤਮਾ ਦੀ ਸਿਫਤ ਗਾ ਰਹੇ ਨੇ। ਔਰ ਉਸ ਦੇ ਚਲਦੇ ਜੀਵਨ ਦੇ ਵਿੱਚੋਂ ਕੋਈ ਸਹਿਜ ਪਾਠ ਕਰ ਰਿਹਾ, ਕੋਈ ਸੰਗਤ ਕਰ ਰਿਹਾ ਹੈ, ਉਹ ਉਹਦਾ ਉੱਤਮ ਕਦਮ ਬਣਦਾ ਹੈ। ਤੋ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਗਾਵੇਂ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਉਸ ਦਰ ਤੇ ਸ਼ਿਵਜੀ ਵਰਗੇ ਵੀ, ਬਰਮਾ ਵਰਗੇ ਵੀ, ਔਰ तमाम ਦੇਵੀ ਦੇਵਤੇ, ਔਰ ਜਿਹੜੇ ਉਸ ਦਰ ਤੇ ਸੋਹਣੇ ਲੱਗਦੇ ਨੇ, ਉਹ ਵੀ ਉਸ ਨੂੰ ਗਾ ਰਹੇ ਨੇ। ਦੇਖੋ ਇਹ ਸਭ ਪਰਮਾਤਮਾ ਨੇ ਡਿਊਟੀਆਂ ਲਾਈਆਂ ਨੇ, ਬ੍ਰਹਮਾ ਦੀ, ਵਿਸ਼ਨੂੰ ਦੀ, ਮਹੇਸ਼ ਦੀ। ਇਹ ਆਪਣੀ ਡਿਊਟੀ ਨਿਭਾ ਕੇ ਉਸ ਪਰਮਾਤਮਾ ਨੂੰ ਗਾ ਰਹੇ ਨੇ। ਗਾਵੇਂ ਇੰਦ ਇੰਦਾਸਨ, ਇੱਥੇ ਇੰਦਰ ਨਹੀਂ ਹੈ, ਰਾਜ ਸਾਹਿਬ ਵਿੱਚ ਇੰਦਰ ਆਏਗਾ। ਤੇ ਇਹ ਚੀਜ਼ਾਂ ਸਾਨੂੰ ਜਰਾ, ਕਿਉਂਕਿ ਲੰਮੇਰੀ ਪੌੜੀ ਹੈ, ਤੋ ਮਹਾਰਾਜ ਦੇ ਵਿੱਚ ਇਹ ਕਹਿ ਰਹੇ ਨੇ ਗਾਵੇਂ ਇੰਦ ਇੰਦਾਸਨ। ਇਹ ਪੜ੍ਹਨ ਵਕਤ ਧਿਆਨ ਦੇਣਾ ਹੈ। ਕਈ ਵਾਰੀ ਸਾਨੂੰ ਕੰਠੇ ਅਸੀਂ ਪੜ੍ਹ ਦਿੰਦੇ ਹਾਂ ਕਿ ਇੰਦਰ ਵੀ ਪੜ੍ਹ ਲਿਆ, ਇੰਦ ਨਹੀਂ। ਇੱਥੇ ਦੱਦੇ ਦੇ ਪੈਰੇ ਤੇ ਅੱਧਾ ਰਾਰਾ ਨਹੀਂ ਲੱਗਿਆ, ਤੇ ਅਸੀਂ ਨਹੀਂ ਪੜ੍ਹਨਾ ਇੰਦ ਇੰਦਾਸਨ। ਉੱਥੇ ਇੰਦਰਾਸਨ ਹੈ। ਬੈਠੇ ਦੇਵਤਿਆਂ ਅੰਦਰ ਨਾਲੇ, ਜੋ ਇੰਦਰ ਹੈ ਨਾ ਸਿੰਘਾਸਨ ਤੇ ਬੈਠਾ ਹੈ, ਤੇ ਦੇਵਤੇ ਸਾਰੇ ਉਸ ਨੂੰ ਗਾ ਰਹੇ ਨੇ। ਗੁਰੂ ਸਾਹਿਬ ਇੱਕ ਵਰਣਨ ਕਰ ਰਹੇ ਨੇ, ਬਈ ਇੰਨੀ ਵੱਡੀ ਹਸਤੀਆਂ ਦੀਆਂ ਵਰਣਨ ਕਰ ਰਹੇ ਨੇ। ਦਰਅਸਲ ਉਹ ਸਾਨੂੰ ਸਮਝਾਉਣ ਦੀ ਯਤਨ ਕਰ ਰਹੇ ਨੇ। ਜੇ ਜਿਸ ਪਰਮਾਤਮਾ ਨੇ ਉਹਨਾਂ ਨੂੰ ਇਹ ਪੈਦਾ ਕਰਨ ਦੀ ਇਹ ਤਿੰਨੋਂ ਡਿਊਟੀਆਂ ਲਾਈਆਂ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਪਰ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਪਰਮਾਤਮਾ ਉਹਨਾਂ ਨੂੰ ਵੇਖ ਰਿਹਾ, ਉਹ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਪਰਮਾਤਮਾ। ਦੇਖੋ ਕਿੰਨੀ ਵੱਡੀ ਗੱਲ ਹੈ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਉਹਨੂੰ ਇੰਦਰ ਵੀ ਗਾ ਰਹੇ ਨੇ, ਤੇ ਸਾਰੀਆਂ ਦੇਵਤੇ ਵੀ ਗਾ ਰਹੇ ਨੇ,
ਜਿਹੜੇ ਸਿੰਘਾਸਨਾਂ ਤੇ ਬੈਠੇ ਨੇ, ਜੋ ਪ੍ਰਮਾਤਮਾ ਵੱਲੋਂ ਡਿਊਟੀਆਂ ਲੱਗੀਆਂ ਨੇ, ਗਾਵੇਂ ਸਿੱਧ ਸਮਾਧੀ ਅੰਦਰ, ਜਿਹੜੇ ਸਮਾਧ ਲਾ ਕੇ ਸਿੱਧ ਲੋਕ ਉਹ ਵੀ ਉਸ ਨੂੰ ਗਾ ਰਹੇ ਨੇ। ਗਾਵਨ ਸਾਧ ਵਿਚਾਰੇ, ਜਿਹੜੇ ਸਾਧ ਲੋਕ ਵਿਚਾਰਾਂ ਉਸ ਪਰਮਾਤਮਾ ਦੀਆਂ ਕਰਦੇ ਨੇ, ਜਾਂ ਅਸੀਂ ਹੁਣ ਕਰ ਰਹੇ ਹਾਂ ਜਾਂ ਆਪ ਜੀ ਸੁਣ ਰਹੇ ਹੋ, ਇਹ ਵੀ ਉਸ ਨੂੰ ਗਾਉਣ ਵਾਲੀ ਗੱਲ ਹੈ, ਕਿਉਂਕਿ ਗੱਲ ਤੇ ਪਰਮਾਤਮਾ ਦੀ ਹੋ ਰਹੀ ਹੈ ਨਾ। ਤਾਂ ਮਹਾਰਾਜ ਕਹਿੰਦੇ ਨੇ ਇਹ ਸਾਰੇ ਲੋਕ ਉਸ ਨੂੰ ਗਾ ਰਹੇ ਨੇ। ਗਾਵੇਂ ਜਤੀ ਸਤੀ ਸੰਤੋਖੀ, ਗਾਵੇਂ ਵੀਰ ਕਰਾਰੇ, ਜਿਹੜੇ ਜਤੀ ਲੋਕ ਹੁੰਦੇ ਨੇ, ਭਾਵ ਕਿ ਜਿਨ੍ਹਾਂ ਨੇ ਸੰਜਮਸ਼ੀਲ ਆਪਣੇ ਆਪ ਨੂੰ ਬਣਾਇਆ ਹੁੰਦਾ ਹੈ। ਸਤੀ ਜਿਹੜੇ ਦਾਨੀ ਪੁਰਖ, ਸੰਤੋਖੀ ਪੁਰਖ, ਜਿਹੜੇ ਵੀਰ ਯੋਧੇ ਸੂਰਮੇ, ਮਹਾਰਾਜ ਸਭ ਦੇ ਉਦਾਹਰਨ ਦੇ ਰਹੇ ਨੇ, ਸਾਰੇ ਉਸ ਨੂੰ ਗਾ ਰਹੇ ਨੇ। ਗਾਵਣ ਪੰਡਿਤ ਪੜਨ ਰਖੀਸਰ, ਵੱਡੇ ਵੱਡੇ ਪੰਡਿਤ, ਪੰਡਿਤ ਤੋਂ ਮਤਲਬ ਵਿਦਵਾਨ ਲੋਕ, ਪੜਨ ਰਖੀਸਰ, ਜਿਹੜੇ ਰਿਖੀਆਂ ਦੇ ਵੱਡੇ ਰਿਖੀ ਨੇ, ਉਹ ਵੀ ਉਸ ਨੂੰ ਗਾ ਰਹੇ ਨੇ। ਜੁਗ ਜੁਗ ਵੇਦਾਂ ਨਾਲੇ, ਇਹ ਜੁਗਾਂ ਤੋਂ ਵੇਦਾਂ ਨੂੰ ਜਿਹੜੇ ਪੜਨ ਵਾਲੇ ਸਨ, ਇਹ ਸਾਰੇ ਉਸ ਨੂੰ ਗਾ ਰਹੇ ਨੇ। ਗਾਵੇਂ ਮੋਹਣੀਆਂ ਮਨ ਮੋਹਣ, ਮਨ ਨੂੰ ਮੋਹਣ ਵਾਲੀਆਂ ਪਰਚਿਤ ਜਿਹੜੀਆਂ ਸੋਹਣੀਆਂ ਸੋਹਣੀਆਂ ਇਸਤਰੀਆਂ ਨੇ, ਉਹ ਵੀ ਉਸ ਨੂੰ ਗਾ ਰਹੀਆਂ ਨੇ। ਭਾਵੇਂ ਉਹਨਾਂ ਨੂੰ ਸੁੰਦਰਤਾ ਬਹੁਤ ਹੈ ਉਹਨਾਂ ਕੋਲ, ਪਰ ਉਹ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਨੂੰ ਗਾ ਰਹੀਆਂ ਨੇ। ਸੁਰਗਾ ਮੱਛ ਪਿਆਲੇ, ਸੁਰਗਾ ਮੱਛ ਤੇ ਪਿਆਲੇ ਸਵਰਗ ਲੋਕ ਵਿੱਚ, ਇਹ ਮੱਛ ਮਾਤ ਲੋਕ ਵਿੱਚ, ਪਿਆਲ ਪਤਾਲ ਲੋਕ ਵਿੱਚ, ਭਾਵ ਕਿ ਜਿੱਥੇ ਜਿੱਥੇ ਵੀ ਕੋਈ ਸਰੀਰ ਰਹਿ ਰਹੇ ਨੇ, ਸਾਰੇ ਉਸ ਪਰਮਾਤਮਾ ਨੂੰ ਗਾ ਰਹੇ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, 68 ਤੀਰਥ, 8 60, 8 ਤੇ 60 ਹੋ ਗਏ 68। ਸਨਾਤਨ ਧਰਮ ਵਿੱਚ 68 ਤੀਰਥਾਂ ਨੂੰ ਬੜੀ ਮਾਨਤਾ ਹੈ। ਮਹਾਰਾਜ ਕਹਿੰਦੇ ਨੇ ਉਹ ਵੀ ਉਸ ਨੂੰ ਗਾ ਰਹੇ ਨੇ। ਕਿਉਂ? ਕਿਉਂਕਿ ਇੱਕ ਹੁਕਮ ਦੇ ਬੱਧੇ ਹੋਏ ਨੇ। ਤੇ ਰਤਨ, ਰਤਨ ਵੀ ਉਸ ਨੂੰ ਗਾ ਰਹੇ ਨੇ। ਦੇਖੋ, ਜਦੋਂ ਕਿ ਨਾਮ ਹੈ, ਰਤਨ ਤੋਂ ਭਾਵ ਹੁੰਦਾ ਹੈ ਕਿ ਜਿਸ ਤਰ੍ਹਾਂ ਕਿਸੇ ਨੂੰ ਸ਼ਰਾਪ ਦਿੱਤਾ, ਜਿਸੇ ਦਰਬਾਖਾ ਰਿਖੀ ਹੋਇਆ, ਉਹਨੂੰ ਸ਼ਰਾਪ ਦਿੱਤਾ, ਉਹਨੇ ਸ਼ਰਾਪ ਦਿੱਤਾ ਤੇ ਉਹ ਕਿਸੇ ਹੋਰ ਕੋਲੋਂ ਮੰਗਣ ਗਿਆ ਰਤਨ, ਤੇ ਉਹ ਵਿਸ਼ਨੂੰ ਕੋਲ ਚਲਾ ਗਿਆ। ਇਤਿਹਾਸ ਵਿੱਚ ਆਉਂਦਾ ਕਈ ਜਗ੍ਹਾ ਤੇ, ਉਹਨੇ ਮੰਗ ਕੀਤੀ ਕਿ ਮੈਨੂੰ ਰਤਨ ਚਾਹੀਦੇ ਨੇ ਪਰਮਾਤਮਾ ਦੇ। ਉਹਨਾਂ ਨੇ ਫਿਰ ਖੀਰ ਸਮੁੰਦਰ ਨੂੰ ਖਲੋਇਆ, ਗੁਰਬਾਣੀ 'ਚ ਪੰਕਤੀ ਵੀ ਆਉਂਦੀ ਹੈ, ਸਮੁੰਦਰ ਨੂੰ ਉਹਨੇ ਟਟੋਲਿਆ, ਉਹਦੇ ਵਿੱਚ 14 ਰਤਨ ਨਿਕਲੇ, ਜਿਹਦੇ ਵਿੱਚ ਅੰਮ੍ਰਿਤ ਵੀ ਸੀ, ਸ਼ਰਾਬ ਵੀ ਸੀ, ਕਾਮ ਧੇਨੂ, ਗਊ, ਪਾਰ ਜਾਤ, ਸਮੁੰਦਰ, ਚਾਨਣ, ਬੜਾ ਕੁਛ ਨਿਕਲਿਆ, 14 ਰਤਨ ਉਹਦੇ ਨਿਕਲੇ। ਤਾਂ ਉਹ ਵੀ ਉਸ ਪਰਮਾਤਮਾ ਨੂੰ ਗਾ ਰਹੇ ਨੇ। ਇਹ ਰਾਖਸ਼ਸ ਬਿਰਤੀਆਂ ਵੀ ਉਹਦੇ ਵਿੱਚੋਂ ਹੀ, ਇਹ ਰਤਨ ਵਿੱਚ ਹੀ ਆਉਂਦੀਆਂ ਨੇ। ਤਾਂ ਇਹ ਸਾਰੇ ਉਸ ਪਰਮਾਤਮਾ ਨੂੰ ਹੀ ਗਾ ਰਹੇ ਨੇ। ਗਾਵੇਂ ਜੋਧ ਮਹਾਬਲ ਸੂਰਾ, ਵੱਡੇ ਵੱਡੇ ਜੋਧੇ, ਮਹਾਬਲ ਸੂਰਵੀਰ, ਗਾਵੇਂ ਖਾਣੀ ਚਾਰੇ, ਚਾਰੋਂ ਖਾਣੀਆਂ, ਅੰਡਜ ਜੇਰਜ ਸੇਤਜ ਤੇ ਉਤਪਜ, ਕਿਉਂਕਿ ਜਿਤਨੇ ਜੀਵ ਸੰਸਾਰ ਵਿੱਚ ਪੈਦਾ ਹੋਏ ਨੇ ਨਾ, ਇਹ ਚਾਰੇ ਖਾਣੀਆਂ ਤੋਂ ਹੀ ਆਏ ਨੇ, ਇਸ ਤੋਂ ਇਲਾਵਾ ਕੋਈ ਜੀਵ ਨਹੀਂ ਆਇਆ। ਅੰਡਜ ਭਾਵ ਕਿ ਅੰਡਿਆਂ ਤੋਂ, ਕਈ ਪੰਛੀ ਅੰਡਿਆਂ ਤੋਂ ਪੈਦਾ ਹੁੰਦੇ ਨੇ। ਜੇਰਜ, ਜੇਰ ਤੋਂ, ਅਸੀਂ ਕਈ ਜਾਨਵਰ ਜੇਰ ਤੋਂ ਪੈਦਾ ਹੋਏ ਹਾਂ, ਮਾਤਾ ਔਰ ਪਿਤਾ ਦੇ ਸੁਮੇਲ ਦੇ ਨਾਲ। ਤੇ ਅੰਡਜ ਜੇਰਜ ਸੇਤਜ, ਸੇਤਜ ਹੁੰਦਾ ਕਈ ਪਸੀਨੇ ਤੋਂ ਹੁੰਦੇ ਨੇ, ਕਈ ਗੰਦਗੀ ਵਿੱਚੋਂ, ਜਿਸ ਤਰ੍ਹਾਂ ਜੂਆਂ ਹੋ ਗਈਆਂ, ਧੱਖਾਂ ਹੋ ਗਈਆਂ, ਇਹ ਸਾਰੀਆਂ ਸੇਤਜ ਤੋਂ ਨੇ, ਆਪਣੇ ਆਪ ਗੰਦਗੀ ਤੋਂ ਪੈਦਾ ਹੁੰਦੀਆਂ ਨੇ। ਤੇ ਉਤਪੁਜ, ਜਿਹੜੀ ਜ਼ਮੀਨ ਤੋਂ ਪੁੱਠੇ ਮੂੰਹ ਥੱਲੇ ਹੋਵੇ ਤੇ ਸਿਰ ਉੱਪਰ ਹੋਵੇ, ਭਾਵ ਕਿ ਜਿਤਨੀ ਤੁਸੀਂ ਇਹ ਖੇਤੀ ਉਪਜ ਦੇਖ ਰਹੇ ਹੋ, ਜਾਂ ਇੱਥੋਂ ਤੱਕ ਪਹਾੜ ਵੀ ਵਿੱਚ ਆਉਂਦੇ ਨੇ, ਵਰਕਸ਼ ਵੀ ਆਉਂਦੇ ਨੇ, ਇਹ ਸਾਰੇ ਖਾਣੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਸਾਰੇ ਹੀ ਉਸ ਨੂੰ ਗਾ ਰਹੇ ਨੇ। ਅਸੀਂ ਸਾਰੇ ਜਿਤਨੇ ਜੀਵ ਹਾਂ, ਚਾਰ ਅੰਡਜ ਜੇਰਜ ਸੇਤਜ ਉਤਪੁਜ ਤੋਂ ਹੀ ਸਾਡੀ ਪੈਦਾਇਸ਼ ਹੋਈ ਹੈ। ਤੇ ਇਹ ਸਭ ਚੀਜ਼ਾਂ ਪਰਮਾਤਮਾ ਨੂੰ ਗਾ ਰਹੀਆਂ ਨੇ। ਗਾਵੇਂ ਖੰਡ ਮੰਡਲ ਵਰ ਭੰਡਾ,
ਵਰਭੰਡ ਜਿਹਨੂੰ ਬ੍ਰਹਮੰਡ ਕਹਿੰਦੇ ਨੇ, ਜਿਹਦੇ 9 ਖੰਡ ਹੁੰਦੇ ਨੇ ਤੇ ਇੱਕ ਇੱਕ ਖੰਡ ਵਿੱਚ 400 ਕੋਹ ਦਾ ਇੱਕ ਮੰਡਲ ਹੁੰਦਾ ਹੈ। तो इतना ये परमात्मा का वरभंड है, ब्रह्मंड है। मैं कई बार बिनती करना कि जिस तरह 7 आकाश 7 पताल ते 7 धरतियां मिला के एक ब्रह्मंड बनता है, ते महाराज देखो कितना अकाल पुरख वड्डा है। कोट ब्रह्मंड को ठाकुर स्वामी, करोड़ों ही ब्रह्मंड ने, किन्नियां धरतियां ने, किन्ने आकाश कितने पताल ने। तो महाराज कहते ने गावे खंड, उन्हां दे फिर खंड ने अगों ब्रह्मंडां दे, उन्हां दे मंडल ने। कर कर रखे तारे, तो जिथे जिथे उन्होंने टकाया होया है सारे उसनूं गा रहे ने। देखो परमात्मा ने जेड़ी बनतर बनाई है ना, वो फिर परमात्मा के हुक्म विच चल रही ने, इट मीनस उसनूं गा रही ने। सेई तुदनो गावे जो तुद भावन, रते तेरे भगत रसाले। कहते ने तैनू ओही गा रहे ने जो तेरे भगत ने, जेड़े तैनू चंगे लगते ने। सारे नहीं गा रहे, जिन्हां ते परमात्मा त्रुठ जाता है ना, वो तेरे नाम दे रस्सीए बन के, रसीले बन के वो तेरे गुण गाउंदे ने। ये हर एक नूं ये महाराज ना ये बख्शिश नहीं करते जे। गुण निधान गुण तिन ही गाए जाको किरपा तारी। हुणे असीं पढ़ के आए हैं, जिसनूं बख्शे सिफत सलाह नानक पातशाह ही पातशाह, जिसनूं तेरी नदर सो तेरी बंदगी। बिना तेरी बख्शिश तो नदर तो कोई नहीं गा सकता, कोई उहदी बंदगी नहीं कर सकता, कोई चंगा काम नहीं कर सकता। गुरु साहब कहते ने सेई तुद नो गावे जो तुद भावन, रते तेरे भगत रसाले। होर केते गावन से मैं चित ना आवन, नानक क्या विचारे। मारे कहते ने नानक विचार की कर सकता है। होर किन्ने ही ने गाण वाले जिहड़े मेरे चेते च नहीं आ रहे। ये तो महाराज ने अपना ख्याल दिता है परमात्मा बारे कि जितना भी मैं जिक्र कर दिता है, हवा पानी खंड ब्रह्मंड, जितने राग ने, जितने भी मतलब कि वरभंड ने खंड ने, जितने भी मैं जिक्र किया है, पर होर भी ने मेरे चेते विच नहीं आ। ये नहीं कि महाराज ने कह के गल खत्म कर दी कि बस परमात्मा दियां ये चीज़ां गा रही ने। महाराज कहते जो हले भी ऐसियां ने ਜਿਹੜੀਆਂ मेरियां होर केते गावन से मैं चित ना आवन, ਜਿਹੜੇ मेरे चित च आ नहीं रही। नानक क्या विचारे। एक विचारा नानक, इत्थे नानक दे कक्के नूं औंकड़ है, 2 बारी आई है, एक पहला आई सी कौन आई है, नहीं तो कक्का मुक्ता हुंदा है। नानक अपने ते टुका के गल कर रहे ने कि नानक विचारा की उस परमात्मा दीयां गल्लां करे ਜਿਹੜੀਆਂ मेरियां चित्त विच भी नहीं ने, जो मेरे चित्त च आईयां ने मैं वो लिख छड़ियां ने। सोई सोई सदा सच, इनू एवें पढ़ना है। सोई सोई सदा सच, साहिब साचा साची नाई। अक्सर असीं पढ़ने सोई सोई सदा सच साहिब, नहीं। फिर ध्यान रखो, सोई सोई सदा सच साहिब साचा साची नाई। वो मालक सच्चा है, उसकी जिहड़ी न्याय है, न्याय भाव वडियाई वो भी सच्ची है, तो वो साचा है भाव सदा रहन वाला है। वो असी सब मिट जावांगे, पर परमात्मा सदा रहन वाला हमेशा एक रस है, वो कदी नहीं जा सकता। है पी होसी जाए न जासी, रचना जिन रचाई। जिस परमात्मा ने सारे ब्रह्मंड की रचना रची है ना, है भी होसी, वो हिची है। जाए न जासी, वो कित्थे जाएगा नहीं। असी सब तुसी सब असी खत्म हो जाएंगे, सब दी मौत है, पर परमात्मा है सी ते रवेगा, क्योंकि ना वो मरे ना होवे सोग, ना उन्हें मरना है ना उहदा कोई सोग होना है, उन्हें रहना ही रहना है। ते मारे कहंदे ने फिर रंगी रंगी भांति कर कर जिनसी माया जिन पाई। पर वेखो उस परमात्मा ने तरह तरह के शरीर बना दिते,
ਕਿਸੇ ਦਾ ਰੰਗ ਕਿਸੇ ਨਾਲ ਨਹੀਂ ਮਿਲਦਾ, ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ। ਵਾਹ, ਇੱਕ ਮਾਂ ਦੇ 4 ਪੁੱਤਰ ਜੰਮੇ ਹੋਣ, ਚਾਰਾਂ ਦੀ ਸ਼ਕਲ ਨਹੀਂ ਮਿਲਦੀ, ਔਰ ਸੰਸਾਰ ਵਿੱਚ ਅਰਬਾਂ ਖਰਬਾਂ ਜੀਅ ਬਣਾ ਦਿੱਤੇ। ਮੈਂ ਕਹਿੰਦਾ ਕੈਸੀ ਡਾਈ ਹੈ ਪ੍ਰਮਾਤਮਾ ਦੇ ਕੋਲ ਕਿ ਉਹਦੀ ਪੈਦਾਇਸ਼ ਕੈਸੀ ਹੈ ਕਿ ਕਿਸੇ ਦੀ ਸ਼ਕਲ ਕਿਸੇ ਨਾਲ, ਇੱਥੋਂ ਤੱਕ ਕਿਸੇ ਦਾ ਸੁਭਾਅ ਕਿਸੇ ਦੇ ਨਾਲ ਨਹੀਂ ਮਿਲਦਾ। ਪਰਮਾਤਮਾ ਦੀ ਕਿਆ ਬਣਤਰ ਹੈ। ਪਰ ਉਹ ਮਹਾਰਾਜ ਕਹਿੰਦੇ ਨੇ ਕੈਸਾ ਰੇ, ਇੱਕ ਗੁਰਬਾਣੀ ਦੀ ਮੈਂ ਅੱਜ ਪੰਕਤੀ ਪੜ੍ਹ ਰਿਹਾ ਸੀ ਸਵੇਰੇ ਕਿ ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ। ਇਹ ਪਰਮਾਤਮਾ ਨੇ ਐਸਾ ਖੇਲ ਰਚਾ ਦਿੱਤਾ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕੋਈ ਵੀ ਕਿਸੇ ਦੇ ਨਾਲ ਮਿਲਦਾ ਹੀ ਨਹੀਂ। ਕਿ ਐਸਾ ਖੇਲ ਹੈ ਪਰਮਾਤਮਾ ਦਾ, ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾ ਹੈ। ਉਹ ਆਪੇ ਹੀ ਫਰਕ ਪਾ ਦਿੰਦਾ ਸਾਡੇ ਦੇ ਵਿੱਚ। ਕਿਸੇ ਦਾ ਕੱਦ ਛੋਟਾ ਹੈ, ਕਿਸੇ ਦਾ ਵੱਡਾ ਹੈ, ਕਿਸੇ ਦਾ ਰੰਗ ਕਾਲਾ ਹੈ, ਕਿਸੇ ਦਾ ਗੇਹੂੰ ਹੈ, ਕਿਸੇ ਦਾ ਚਿੱਟਾ ਹੈ, ਕਿਸੇ ਦਾ ਕਾਲਾ ਸ਼ਾਹ ਹੈ, ਕਿਸੇ ਦਾ ਸੁਭਾਅ ਕੈਸਾ ਹੈ, ਕਿਸੇ ਦੇ ਅੱਖਾਂ ਮੋਟੀਆਂ ਨੇ, ਕਿਸੇ ਦਾ ਨੱਕ ਛੋਟਾ ਹੈ। ਉਹਨੇ ਕਿਸੇ ਨਾ ਕਿਸੇ 'ਚ ਫਰਕ ਪਾ ਕੇ ਨਾ ਆਪੇ ਫਰਕ ਕਰੇ ਵੇਖ ਵਿਗਸੈ। ਫਿਰ ਵੇਖ ਕੇ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਕਟਪੁਤਲੀਆਂ ਅਸੀਂ ਸਾਰੀਆਂ। ਉਹ ਫਿਰ ਮਾਇਆ ਦਾ ਜੰਜਾਲ, ਕਿਉਂਕਿ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਸਾਰੀ ਮਾਇਆ ਹੈ। ਹੁਣ ਮਾਇਆ ਦਾ ਜਾਲ ਵਿਛਾਇਆ ਹੋਵੇ ਤੇ ਫਿਰ ਉਸ ਮਾਇਆ ਦੇ ਵਿੱਚ ਅਸੀਂ ਲੜਦੇ ਹੋਈਏ ਆਪਸ ਵਿੱਚ, ਤੂੰ ਮੈਂ ਕਰਦੇ ਹੋਈਏ। ਪਰਮਾਤਮਾ ਜਿਸ ਤਰ੍ਹਾਂ ਖੇਡ ਖੜਾ ਕੇ ਨਾ ਤੇ ਬਾਹਰ ਵੇਖਾ, ਉੱਪਰ ਵੇਖ ਕੇ ਨਾ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਉਹ ਸਾਨੂੰ ਵੇਖ ਰਿਹਾ, ਸਾਨੂੰ ਨਜ਼ਰ ਨਹੀਂ ਆ ਰਿਹਾ। ਹੁਣ ਇਸ ਤਰ੍ਹਾਂ ਸਾਡੀ ਹਾਲਤ ਹੈ, ਮੈਨੂੰ ਖਿਮਾ ਕਰ ਦੇਣਾ ਕਿ ਅਸੀਂ 4 ਜੀ ਖੜੇ ਹਾਂ, ਪਰਮਾਤਮਾ ਨੇ 1 ਲੱਖ ਰੁਪਇਆ ਸੁੱਟ ਦਿੱਤਾ ਤੇ ਅਸੀਂ ਆਪੇ ਤੋਂ ਬਾਹਰ ਹੋ ਕੇ ਕੱਪੜੇ ਫਾੜੀ ਜਾ ਰਹੇ ਹਾਂ। ਖੇਡ ਸਾਡੀ ਇਹੀ ਹੋਈ ਹੈ। ਹੋਰ ਸੌਖਾ ਲੈ ਲਓ, ਕਿੱਥੇ ਵਿਆਹ ਤੇ ਗਏ ਹਾਂ, ਮੈਂ ਕਰੋੜਾਪਤੀ ਦੇਖੇ ਨੇ, ਕਈ ਵਾਰੀ ਜਗ੍ਹਾ ਘੱਟ ਹੋਣ ਕਰਕੇ ਕੋਈ ਮਿਠਾਈ ਆ ਗਿਆ ਹੈ ਜਾਂ ਲੰਗਰ ਹੀ ਚੱਲ ਰਿਹਾ ਹੈ, ਭਾਵੇਂ 10,000 ਦਾ ਕੋਟ ਪੈਂਟ ਖਰਾਬ ਕਰ ਲੈਣਗੇ, ਪਰ ਇਸ ਤਰ੍ਹਾਂ ਪਹਿਨਗੇ ਜਿਸ ਤਰ੍ਹਾਂ ਕਦੀ ਦੇਖਿਆ ਨਹੀਂ ਹੈ। ਇਹ ਸਭ ਚੀਜ਼ਾਂ ਪਰਮਾਤਮਾ ਮਾਇਆ ਵਿਛਾ ਕੇ ਵੇਖ ਰਿਹਾ ਹੁੰਦਾ ਹੈ ਕਿ ਇਹਨੂੰ ਮੈਂ ਘਰੋਂ ਹੀ ਭਰਪੂਰ ਕੀਤਾ ਹੋਇਆ ਹੈ, ਪਰ ਇਹਦੀ ਜਿਹੜੀ ਸੋਚ ਹੈ ਨਾ ਮਾਇਆ ਪ੍ਰਤੀ ਭਾਵ ਮੈਨੂੰ ਮਿਲ ਜਾਵੇ। ਜੇ 2 ਮਿੰਟ ਲੈਣ ਹੀ ਚ ਲੱਗ ਜਾਏ, ਇਹ ਬਾਹਰ ਦੀ ਕੰਟਰੀਆਂ ਜਾਓ ਨਾ, ਇਹ ਡਿਸਪਲਿਨ ਬਹੁਤ ਨੇ। ਸਾਡੇ ਤੇ ਇੱਥੇ ਕਈ ਵਾਰੀ ਬੰਦਾ ਕਾਹਲੇ ਪੈ, ਉਹੀ ਲੈਣ ਹੀ ਲੱਗੇ ਤੇ ਕਿਤਨੀ ਅੱਛੀ ਗੱਲ ਹੈ। ਇਹ ਪਰਮਾਤਮਾ ਆਪ ਮਾਇਆ ਵਿਛਾਈ ਹੁੰਦੀ, ਉਹ ਵੇਖ ਕੇ ਫਿਰ ਖੁਸ਼ ਹੋ ਰਿਹਾ ਹੁੰਦਾ ਕਿ ਜੀਵ ਕਿਸ ਤਰ੍ਹਾਂ ਲੜ ਰਹੇ ਹੁੰਦੇ ਨੇ ਆਪਸ ਵਿੱਚ, ਕਿਉਂਕਿ ਸਾਡੇ ਅੰਦਰੋਂ ਸੰਤੋਖ ਮੁੱਕਿਆ ਪਿਆ ਹੈ, ਸਾਡੇ ਅੰਦਰੋਂ ਸੱਤ ਮੁੱਕਿਆ ਪਿਆ ਹੈ, ਗੁਰੂ ਦੀ ਵਿਚਾਰ ਮੁੱਕੀ ਪਈ ਹੈ। ਉਹ ਭਲਾ 2 ਮਿੰਟ ਵੇਟ ਕਰ ਲੈ। ਕਿਸੇ ਨੂੰ ਕੋਈ ਫੈਕਟਰੀ ਵਾਲਾ ਸੀ ਸੇਠ, ਉਹ ਤਨਖਾਹ ਵੰਡਦਾ ਸੀ ਸ਼ਾਮ ਨੂੰ, ਤੇ ਸ਼ਾਮ ਨੂੰ ਜਦੋਂ ਤਨਖਾਹ ਵੰਡਣੀ ਨਾ ਤੇ ਸਾਰੇ ਇੱਕ ਗੁੱਟ ਹੋ ਕੇ ਆ ਜਾਣਾ, ਮੈਨੂੰ ਦੋ। ਬੜੀ ਮੁਸ਼ਕਿਲ ਨਾਲ ਲਾਈਨ ਲਗਾਉਂਦਾ ਸੀ, ਫਿਰ ਲੜ ਝਗੜ ਕੇ ਦਿੰਦਾ ਸੀ। ਪਰ ਇੱਕ ਕੋਈ ਪਿਆਰ ਵਾਲਾ ਗੁਰਸਿੱਖ ਸੀ, ਉਹ ਸਾਈਡ ਤੇ ਬਹਿ ਜਾਂਦਾ ਸੀ ਤੇ ਉਹ ਜਦ ਸਾਰਿਆਂ ਨੂੰ ਤੂੰ ਕਰਕੇ ਬੋਲਦਾ ਸੀ, ਪਰੇ ਹੋ ਬਈ ਲੈ, ਜਦੋਂ ਸਾਰਿਆਂ ਨੂੰ ਦੇ ਦਿੰਦਾ ਸੀ ਨਾ, ਜਦੋਂ ਅਖੀਰਲਾ ਸਮਾਂ ਉਹਦਾ ਆਉਂਦਾ ਸੀ, ਉਹਦੇ ਕੋਲ ਆਪ ਜਾਂਦਾ ਸੀ, ਕੋਈ ਭਾਈ ਸਾਹਿਬ ਜੀ ਇਹ ਲਓ ਤੁਹਾਡੀ ਜੋ ਮਜ਼ਦੂਰੀ ਬਣਦੀ ਹੈ। ਕਿਉਂ? ਉਹਦੇ ਕੋਲ ਪੁੱਛਿਆ ਤੂੰ ਬੈਠ ਕੇ ਕੀ ਕਰਨਾ ਹੈ, ਤੂੰ ਕਿਉਂ ਨਹੀਂ ਲੜਦਾ ਆ ਕੇ? ਕਹਿੰਦਾ ਇੰਨਾ ਸਮਾਂ ਮੈਨੂੰ ਇੱਕ ਪਾਠ ਜਪਜੀ ਸਾਹਿਬ ਦੇ ਕਰਨ ਦਾ ਮਿਲ ਜਾਂਦਾ ਹੈ। ਤੇ ਜਦੋਂ ਸੇਠ ਚਲਾਣਾ ਕਰ ਗਿਆ ਤੇ ਚਿੱਤਰਗੁਪਤ ਦੇ ਸਾਰਾ ਲੇਖਾ ਧਰਮਰਾਜ ਦੇ ਕੋਲ ਗਿਆ। ਧਰਮਰਾਜ ਨੇ ਉਹਦਾ ਚਿੱਠਾ ਖੋਲਿਆ, ਕੋਈ ਚੰਗਾ ਕੰਮ ਨਹੀਂ, ਸਭ ਨਾਲ ਮਾੜਾ ਬੋਲਿਆ। ਪਰ ਜਦੋਂ ਇਹ ਲੇਖਾ ਆਇਆ ਕਿ ਇੱਕ ਪਿਆਰ ਵਾਲੇ ਗੁਰਸਿੱਖ ਨਾਲ ਬੜੇ ਪਿਆਰ ਨਾਲ ਬੋਲਿਆ ਤੇ ਉਹਨਾਂ ਨੇ ਕਿਹਾ ਇਹ ਕਰਮ ਇਹਦਾ ਸਭ ਤੋਂ ਵਧੀਆ ਹੈ, ਜਿਹੜਾ ਇੱਕ ਨਾਮ ਜਪਣ ਵਾਲੇ ਦਾ ਦਿਲ ਨਹੀਂ ਦੁਖਾਇਆ ਇਸ ਨੇ। ਤਾਂ ਗੁਰਬਾਣੀ ਵਿੱਚ ਕਈ ਜਗ੍ਹਾ ਤੇ ਦੇਖੋ ਐਸੀਆਂ ਪੰਕਤੀਆਂ ਵੀ ਆ ਜਾਂਦੀਆਂ ਨੇ ਕਿ ਜਿਹੜੇ ਉਸ ਨੂੰ ਸਲਾਉਂਦੇ ਨੇ, ਜੇ ਅਸੀਂ ਉਹਨਾਂ ਨੂੰ ਜੀ ਕਰਕੇ ਵੀ ਬੁਲਾਈਏ ਨਾ ਤੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਕਿ ਅਸੀਂ ਮਾਇਆ ਦੀ ਖੇਡ ਨੂੰ ਸਮਝ ਨਹੀਂ ਪਾ ਰਹੇ ਪਰਮਾਤਮਾ ਦੀ, ਉਹ ਵਿਛਾ ਕੇ ਉਹ ਭਰਾਵਾਂ ਨੂੰ ਲੜਾਈ ਜਾ ਰਿਹਾ ਤੇ ਆਪ ਖੁਸ਼ ਕਰਕੇ ਬੈਠਾ ਹੋਇਆ ਹੈ। ਦੇਖੋ ਕਿੰਨੀ ਵੱਡੀ ਗੱਲ ਹੈ। ਭਰਾਵਾਂ ਨੂੰ ਨਹੀਂ ਪਤਾ ਲੱਗ ਰਿਹਾ ਇਹ ਖੇਡ ਕੌਣ ਕਰਾ ਰਿਹਾ।
ਪਰ ਅਸੀਂ ਲੜੀ ਜਾ ਰਹੇ ਹਾਂ। ਤੇ ਮੈਂ ਵੇਖਿਆ ਭਰਾ ਦੋਨੋਂ ਹੀ ਸੰਸਾਰ ਤੋਂ ਟੁਰ ਜਾਂਦੇ ਨੇ, ਮਾਇਆ ਉੱਥੇ ਪਈ ਹੈ। ਤਾਂ ਗੁਰੂ ਸਾਹਿਬ ਕੁਝ ਇਸ ਤਰ੍ਹਾਂ ਦਾ ਖਿਆਲ ਦੇ ਰਹੇ ਨੇ ਕਿ ਭਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਕਰ ਕਰ ਵੇਖੇ ਕੀਤਾ ਆਪਣਾ। ਉਹ ਸਾਰਾ ਕੁਝ ਪਰਮਾਤਮਾ ਆਪਣਾ ਕੀਤਾ ਹੋਇਆ ਵੇਖ ਰਿਹਾ ਹੁੰਦਾ ਹੈ। ਜਿਵ ਤਿਸ ਦੀ ਵਡਿਆਈ, ਉਹ ਆਪਣੀ ਵਡਿਆਈ ਅਨੁਸਾਰ ਸਭ ਨੂੰ ਵੇਖ ਰਿਹਾ ਹੁੰਦਾ। ਇਹ ਉਹਦੀ ਵਡਿਆਈ ਹੈ। ਤੇ ਫਿਰ ਮਹਾਰਾਜ ਅਖੀਰ ਵਿੱਚ ਕੀ ਕਹਿ ਰਹੇ ਨੇ, ਜੋ ਤਿਸ ਭਾਵੈ, ਜੋ ਉਸ ਨੂੰ ਭਾਵੇ ਚੰਗਾ ਲੱਗਦਾ ਹੈ, ਸੋਈ ਕਰਸੀ ਉਹੀ ਕਰਦਾ ਹੈ। ਜੋ ਪਰਮਾਤਮਾ ਨੂੰ ਚੰਗਾ ਲੱਗ, ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਹੁਕਮ ਕਰਨ ਵਾਲਾ ਕੋਈ ਨਹੀਂ। ਭਾਈ ਇਹ ਕੰਮ ਕਿਉਂ ਕਰ ਰਹੇ ਹੈ, ਕਿਸ ਤਰ੍ਹਾਂ ਕਰ ਰਹੇ ਹੈ, ਕਿਵੇਂ ਕਰ ਰਹੇ ਹੈ। ਹੁਣ ਅਸੀਂ ਰੋਡ ਤੇ ਜਾ ਰਹੇ ਹਾਂ, ਕੋਈ ਕੰਮ ਗਲਤ ਕਰ ਰਹੇ ਹਾਂ, ਅਸੀਂ ਰੁਕ ਕੇ ਘਰ ਵਿੱਚ ਕਹਿ ਦਿੰਦੇ ਹਾਂ ਕੋਈ ਕੰਮ ਹੋਵੇ, ਭਈ ਇਹ ਕਿਉਂ ਗਲਤ ਕਰ ਰਹੇ ਹੈ, ਭਈ ਇਹ ਕੰਮ ਐਵੇਂ ਨਹੀਂ। ਪਰ ਪਰਮਾਤਮਾ ਦੇ ਅੱਗੇ ਕੋਈ ਹੁਕਮ ਚਲਾਉਣ ਵਾਲਾ ਕੋਈ ਨਹੀਂ ਹੈ। ਪਰਮਾਤਮਾ ਦੀ ਮੋਜ ਹੈ, ਉਹ ਜਦੋਂ ਚਾਹੇ ਜੋ ਚਾਹੇ ਕਰ ਸਕਦਾ ਹੈ। ਉਹਦੇ ਹੱਥ 'ਚ ਸਭ ਕੁਝ, ਸਭ ਕੇ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਉਹਨੂੰ ਜੋ ਚੰਗਾ ਲੱਗਦਾ ਹੈ ਉਹਨੇ ਕਰਨਾ ਹੈ। ਇਹਦੇ ਵਿੱਚ ਕਿੰਤੂ ਪਰੰਤੂ ਨਹੀਂ। ਤੇ ਸਾਡਾ ਕੀ ਫਰਜ਼ ਬਣਦਾ ਹੈ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਤੋ ਪਾਤਸ਼ਾਹ ਕਹਿੰਦੇ ਸੋ ਪਾਤਸ਼ਾਹ, ਉਹ ਪਾਤਸ਼ਾਹ ਹੈ, ਸ਼ਾਹ ਪਾਤ ਸਾਹਿਬ, ਉਹ ਪਾਤਸ਼ਾਹ ਦਾ ਵੀ ਬਾਦਸ਼ਾਹ, ਵੱਡਾ ਪਾਤਸ਼ਾਹ ਹੈ। ਨਾਨਕ ਰਹਿਣ ਰਜਾਈ। ਪਰ ਸਾਡਾ ਫਰਜ਼ ਕੀ ਬਣਦਾ ਹੈ ਕਿ ਅਸੀਂ ਉਹਦੀ ਰਜ਼ਾ ਵਾਲੇ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਜਾਈਏ। ਬਸ ਸਾਡਾ ਕੋਈ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਸਿਰਫ ਉਹਦੀ ਰਜ਼ਾ ਵਿੱਚ ਰਹੀਏ। ਜਦੋਂ ਅਸੀਂ ਰਜ਼ਾ ਵਿੱਚ ਰਵਾਂਗੇ ਤੇ ਅਸੀਂ ਵੀ ਸਮਝੋ ਉਸ ਪਰਮਾਤਮਾ ਨੂੰ ਗਾ ਰਹੇ ਹਾਂ। ਤੋ ਇਤਨੀ ਬੇਨਤੀ ਪ੍ਰਵਾਨ ਕਰਨੀ। ਭੁੱਲਾਂ ਬੇਅੰਤ ਹੋਈਆਂ ਨੇ,